लो जी, जिस तरह मैं जिक्र कर ही रहा ਸੀਗਾ कि डॉक्टर गुरजीत बाजवा होर नाल गलबात करांगे। बड़ा ही खतरनाक एक होर वेरीएंट वायरस ਜਿਹੜਾ ਅਫਰੀਕਨ ਕੰਟਰੀਆਂ ਤੋਂ ਇੱਥੇ ਆ ਰਿਹਾ, ਖਾਸ ਤੌਰ 'ਤੇ ਨਾਈਜੀਰੀਆ ਤੋਂ 2 ਕੇਸ ਜਿਹੜੇ ਇਹਦੇ ਉਹ ਪਤਾ ਲੱਗਾ ਕਿ ਆਟਵਾ ਦੇ ਵਿੱਚ ਰਿਪੋਰਟ ਹੋ ਗਏ ਹੈ। ਸੋ ਕੈਨੇਡਾ ਵੀ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਿਲ ਹੋ ਗਿਆ ਜਿੱਥੇ ਇਹ ਕੇਸ ਇਹਦੇ ਮਿਲ ਰਿਹਾ ਹੈ। ਬੋਤਸਵਾਨਾ, ਸਿੰਗਾਪੁਰ ਔਰ UK ਇੱਕ ਲੰਬੀ ਲਿਸਟ ਹੈ ਉਹਨਾਂ ਮੁਲਕਾਂ ਦੀ ਜਿੱਥੇ ਇਹਦੇ ਜਿਹੜੇ ਕੇਸ ਉਹ ਮਿਲਣੇ ਸ਼ੁਰੂ ਹੋ ਗਏ ਹੈ। ਥੋੜ੍ਹੀ ਦੇਰ ਪਹਿਲਾਂ ਹਜੇ ਹੁਣੇ ਹੀ ਪ੍ਰੈਸ ਕਾਨਫਰੰਸ ਹੋ ਕੇ ਹਟੀ ਹੈ। ਸਾਡੇ ਅੰਟਾਰੀਓ ਦੇ ਜਿਹੜੇ ਚੀਫ ਮੈਡੀਕਲ ਡਾਕਟਰ ਨੇ ਡਾਕਟਰ ਕਿਰਨ ਮੋਰ, ਉਹਨਾਂ ਨੇ ਪੂਰੀ ਰਿਪੋਰਟ ਦਿੱਤੀ ਹੈ ਇਹਦੇ ਬਾਰੇ ਕਿ ਕੀ ਕੁਝ ਇਹ ਜਿਹੜਾ ਸਾਨੂੰ ਪ੍ਰੀਕਾਸ਼ਨਸ ਲੈਣੇ ਚਾਹੀਦੇ ਹੈ। ਇੱਕ ਵਾਰ ਮੁੜ ਤੋਂ ਕੈਨੇਡਾ ਨੂੰ ਮਜਬੂਰ ਹੋਣਾ ਪੈ ਰਿਹਾ ਆਪਣੀਆਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੂੰ ਲੈ ਕੇ। ਉਧਰ ਭਾਰਤ ਨੇ ਵੀ ਲਿਸਟ ਜਾਰੀ ਕੀਤੀ ਆ ਉਹਨਾਂ ਮੁਲਕਾਂ ਦੀ ਜਿੱਥੋਂ ਆਉਣ ਵਾਲੇ ਲੋਕਾਂ ਨੂੰ ਕਮ ਸੇ ਕਮ 1 ਹਫ਼ਤਾ ਜਿਹੜਾ ਘਰਾਂ ਦੇ ਵਿੱਚ ਕੁਆਰੰਟੀਨ ਕਰਨਾ ਪਏਗਾ। ਹਰ ਬੰਦਾ ਜਿਹੜਾ ਭਾਰਤ ਜਾਏਗਾ ਇਹ ਯਾਦ ਰੱਖਣਾ, ਉਸ ਨੂੰ ਟੈਸਟ ਜਿਹੜਾ ਆਪਣਾ ਨਾਲ ਉਹਦਾ ਰਿਜ਼ਲਟ ਲੈ ਕੇ ਜਾਣਾ ਪਏਗਾ, ਨੈਗੇਟਿਵ ਟੈਸਟ। ਔਰ ਕੁਝ ਕੇਸਾਂ ਦੇ ਵਿੱਚ ਘਰਾਂ ਦੇ ਵਿੱਚ, ਕੁਝ ਕੇਸਾਂ ਦੇ ਵਿੱਚ ਜੇ ਪੋਜ਼ੀਟਿਵ ਆ ਗਿਆ ਬੰਦਾ ਮੁੜ ਕੇ ਕੁਆਰੰਟੀਨ, ਅਤੇ ਫਿਰ ਉਸ ਤੋਂ ਬਾਅਦ ਰੀਟੈਸਟ, ਦੁਬਾਰਾ ਤੋਂ ਟੈਸਟ, ਔਰ ਜੇ ਨੈਗੇਟਿਵ ਆਏਗਾ ਫਿਰ ਹੀ ਤੁਸੀਂ ਉੱਥੇ ਬਾਹਰ ਜਾ ਸਕਦੇ ਹੋ। ਤਾਂ ਕੁਝ ਟੈਸਟ ਜਿਹੜੇ ਆ ਉਹ ਮੌਕੇ 'ਤੇ ਵੀ ਉੱਥੇ ਕੀਤੇ ਜਾਣਗੇ, ਔਰ ਜੇ ਕੋਈ ਬਿਨਾਂ ਟੈਸਟ ਗਿਆ ਜਾਏਗਾ ਉਸ ਨੂੰ ਵਾਪਸ ਮੋੜ ਦਿੱਤਾ ਜਾਵੇਗਾ। ਤਾਂ ਭਾਰਤ ਜਿਨ੍ਹਾਂ ਨੇ ਜਾਣਾ ਉਹਨਾਂ ਲਈ ਮੈਂ ਪੂਰੀ ਜਾਣਕਾਰੀ ਬਾਅਦ 'ਚ ਦਿੰਦਾ, ਲੇਕਿਨ ਆਪਣੇ ਇਸ ਮੁਲਕ ਦੇ ਵਿੱਚ ਜਿੱਥੇ ਇਹ ਕੇਸ ਜਿਹੜੇ ਆਉਣੇ ਸ਼ੁਰੂ ਹੋ ਗਏ ਹੈ ਇਸ ਮਿਊਟੈਂਟ ਵਾਇਰਸ ਦੇ, ਓਮੀਕਰੋਨ ਜਿਹਨੂੰ ਕਿਹਾ ਜਾ ਰਿਹਾ, ਇਹ ਬੜਾ ਹੀ ਇੱਕ ਇਸ ਵੇਲੇ ਚਿੰਤਾ ਦਾ ਆਲਮ ਹੈ, ਚਿੰਤਾ ਦਾ ਮਾਮਲਾ ਹੈ। ਇੱਕ ਵਾਰੀ ਮੁੜ ਤੋਂ ਕਿ ਇਹਦੀ ਅਸਲੀਅਤ ਕੀ ਹੈ ਦੇਖਿਆ ਜਾਵੇ, ਇਹਦੀ ਅਸਲੀਅਤ ਹੈ ਕਿ ਇਸ ਵਾਇਰਸ ਦੀ। ਇਸ ਕਰਕੇ ਅਸੀਂ ਡਾਕਟਰ ਗੁਰਜੀਤ ਬਾਜਵਾ ਹੋਰਾਂ ਨੂੰ ਖੇਚਲ ਦਿੱਤੀ ਹੈ, ਹਮੇਸ਼ਾ ਦਿੰਦੇ ਹਾਂ ਕਿ ਸਮਝਣ ਦੀ ਕੋਸ਼ਿਸ਼ ਕਰੀਏ ਇਹਨਾਂ ਵੱਲੋਂ, ਕਿਉਂਕਿ ਜਿਹੜੀ WHO ਹੈ ਉਹ ਕੁਛ ਹੋਰ ਕਹਿ ਰਿਹਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਘਬਰਾਉਣ ਦੀ ਲੋੜ ਨਹੀਂ, ਹੁਣ ਕਿਹਾ ਜਾ ਰਿਹਾ ਕਿ ਨਹੀਂ, ਵੈਰੀ ਹਾਈ ਗਲੋਬਲ ਰਿਸਕ ਹੈ, ਸਵੀਅਰ ਕੌਨਸੀਕੁਐਂਸਿਸ ਹੋ ਸਕਦੇ ਹੈ। ਇਹ ਲੇਟੈਸਟ ਹੁਣੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇੱਕ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਗਿਆ ਹੈ। ਤੋ ਇਹਦੇ ਬਾਰੇ ਅਸੀਂ ਇੱਥੇ ਕੀ ਪ੍ਰੀਕਾਸ਼ਨਸ ਲਈਏ ਔਰ ਇਹ ਕਿਸ ਤਰ੍ਹਾਂ ਦਾ ਮਿਊਟੈਂਟ ਵਾਇਰਸ ਹੈ, ਇਹਦੇ ਬਾਰੇ ਲੈਣੇ ਥੋੜ੍ਹੀ ਜਾਣਕਾਰੀ। ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ। ਅੱਛਾ, ਨੋ ਡਾਊਟ ਚਿੰਤਾ ਹੋਣੀ ਲਾਜ਼ਮੀ ਹੈ ਕਿਉਂਕਿ ਡੈਲਟਾ ਵਾਇਰਸ ਆਇਆ ਸੀ, ਉਦੋਂ ਵੀ ਚਿੰਤਾ ਬਹੁਤ ਹੋਈ ਸੀ। ਵਿੱਚ ਕੁਛ ਮਿਊਟੈਂਟ ਵਾਇਰਸ ਐਸੇ ਵੀ ਆਉਂਦੇ ਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਕੋਈ ਐਡੀ ਗੱਲ ਨਹੀਂ, ਆਏ ਔਰ ਪਤਾ ਵੀ ਨਹੀਂ ਲੱਗਾ ਕਿ ਕਦੋਂ ਉਹ ਖਤਮ ਹੋ ਗਏ। ਪਰ ਇਹ ਜਿਹੜਾ ਓਮੀਕਰੋਨ ਹੈ ਇਹ ਇੰਨੀ ਦਹਿਸ਼ਤ ਫੈਲ ਗਈ ਹੈ ਇੱਕਦਮ, ਸਾਰੀ ਦੁਨੀਆ ਦੇ ਵਿੱਚ ਮੁਲਕ ਮੁੜ ਤੋਂ ਮਜਬੂਰ ਹੋ ਰਿਹਾ ਸੋਚਣ ਵਾਸਤੇ ਕਿ ਇਹ ਕਿਸ ਤਰ੍ਹਾਂ ਆਪਣੀਆਂ ਜਿਹੜੀਆਂ ਟਰੈਵਲ ਜਿਹੜੀ ਐਡਵਾਈਜ਼ਰੀ ਹੈ ਜਾਂ ਇੰਟਰਨੈਸ਼ਨਲ ਜਿਹੜੀਆਂ ਟਰੈਵਲਸ ਹੋ ਰਿਹਾ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਨਵੇਂ ਉਹ ਫਿਰ ਤੋਂ ਉਹੀ ਉਸ ਪਾਸੇ ਨੂੰ ਵੱਧ ਰਹੇ ਆ ਜਿੱਥੋਂ ਬਾਹਰ ਨਿਕਲ ਕੇ ਆਏ ਸੀ। ਕਿੰਨਾ ਕੁ ਖਤਰਨਾਕ ਹੈ ਇਹ ਵਾਇਰਸ? ਚਲਿਆ ਸਾਹਿਬ, ਇਸ ਤਰ੍ਹਾਂ ਇਹ ਤਾਂ ਕਰਕੇ ਇੱਕਦਮ ਇਹ ਖਬਰ ਫੈਲੀ ਹੈ ਕਿਉਂਕਿ ਆਮ ਤੌਰ ਤੇ ਜਦੋਂ ਵੇਰੀਐਂਟ ਆਉਂਦੇ ਹੀ ਰਹਿੰਦੇ ਆ, ਥੋੜਾ ਜਿਹਾ ਆਪਣਾ ਸਰੂਪ ਬਦਲਦੀ ਰਹਿੰਦੀ ਇਹ ਵਾਇਰਸ ਆਲ ਦਾ ਟਾਈਮ। 2-4 ਮਿਊਟੇਸ਼ਨਸ ਹੋ ਜਾਂਦੇ, 5-7 ਮਿਊਟੇਸ਼ਨਸ ਹੋ ਜਾਂਦੇ ਆ, ਇਹ ਤਾਂ ਆਮ ਚੱਲਦੀ ਰਹਿੰਦੀ ਹੈ ਗੱਲ। ਇਹਦੇ ਵਿੱਚ ਤਾਂ ਕਰਕੇ ਇਹਨਾਂ ਨੂੰ ਥੋੜਾ ਜਿਹਾ ਘਬਰਾਏ ਆ ਕਿਉਂਕਿ ਇਹਦੇ ਵਿੱਚ 50 ਵੇਰੀਏਸ਼ਨਸ ਆਏ ਆ। ਸੋ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਖਤਰਾ ਲੱਗਦਾ ਕਿ ਇਹ ਜਿਹੜੀ 50 ਵੇਰੀਏਸ਼ਨਸ ਆਉਣ ਕਰਕੇ ਇਹ ਨਵੇਂ ਸਿਰਿਓਂ ਇਹ ਨਵਾਂ ਵੇਵ ਲਿਆ ਸਕਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਡੈਲਟਾ ਵੇਵ ਨੇ ਸਾਰੀ ਦੁਨੀਆ ਦੇ ਉੱਤੇ ਤਬਾਹੀ ਮਚਾਈ ਸੀ। ਡੈਲਟਾ ਵੇਵ ਹੀ ਛਾ ਗਈ ਸੀ ਸਾਰੀ ਦੁਨੀਆ ਦੇ ਵਿੱਚ। ਇਸ ਵੇਲੇ ਜਦੋਂ ਸ਼ੁਰੂ ਹੋਈ ਸੀ ਉਹ ਇਸ ਤਰ੍ਹਾਂ ਹੀ ਸ਼ੁਰੂ ਹੋਈ ਸੀ, 1-2 ਕੇਸਿਸ ਬਾਹਰੋਂ ਆਏ ਸੀ ਤੇ ਹੁਣ ਇਸ ਵੇਲੇ ਕੈਨੇਡਾ ਦੇ ਵਿੱਚ 99% ਜਿਹੜੇ ਕੇਸਿਸ ਕੋਵਿਡ ਦੇ ਉਹ ਡੈਲਟਾ ਵੇਰੀਐਂਟ ਦੇ ਹੀ ਹੈ। ਸੋ ਇਸ ਕਰਕੇ ਇਸ ਚੀਜ਼ ਦਾ ਡਰ ਹੈ ਸਰਕਾਰ ਨੂੰ ਕਿ ਇਹ ਜਿਹੜੀ ਦੁਬਾਰਾ ਜੇ ਇੱਕਦਮ ਫੈਲਣ ਲੱਗ ਪਈ ਜਿਵੇਂ ਡੈਲਟਾ ਫੈਲੀ ਸੀ ਤੇ ਦੁਬਾਰਾ ਫੇਰ ਇਹ ਵੇਵ ਆਏਗਾ। ਤਾਂ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਥੋੜਾ ਜਿਹਾ ਖਤਰਾ ਲੱਗਦਾ। ਖਤਰਾ ਕਿਹੜੀ ਚੀਜ਼ ਦਾ ਹੁੰਦਾ? ਇੱਕ ਤਾਂ ਇਹ ਹੁੰਦਾ ਕਿ ਇਹ ਕਿੰਨੀ ਤੇਜ਼ੀ ਨਾਲ ਫੈਲਦੀ ਹੈ। ਸੋ ਇਸ ਕਰਕੇ ਲੱਗਦਾ ਹੈ ਕਿ ਸੋ ਫਾਰ ਜਿਹੜਾ ਡੇਟਾ ਆਇਆ ਕਿ ਇਹ ਕਾਫੀ ਤੇਜ਼ੀ ਨਾਲ ਫੈਲ ਸਕਦੀ ਹੈ, ਡੈਲਟਾ ਵੇਰੀਐਂਟ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਸਕਦੀ ਹੈ। ਸੋ ਇਸ ਚੀਜ਼ ਦਾ ਖਤਰਾ ਹੈ।
ਦੂਜੀ ਗੱਲ ਇਹ ਹੁੰਦੀ ਹੈ ਕਿ ਇਹ ਖਤਰਨਾਕ ਕਿੰਨੀ ਕੁ ਹੈ, ਇਹ ਬਿਮਾਰ ਕਿੰਨਾ ਕੁ ਲੋਕਾਂ ਨੂੰ ਕਰਦੀ ਹੈ, ਉਸ ਚੀਜ਼ ਦਾ ਹਜੇ ਸਾਨੂੰ ਪੂਰਾ ਜਾਣਕਾਰੀ ਨਹੀਂ ਹੈਗੀ। ਹੋ ਸਕਦਾ ਹੈ ਕਿ ਡੈਲਟਾ ਵੇਰੀਐਂਟ ਵਾਂਗੂ ਹੀ ਬਿਮਾਰ ਕਰਦੀ ਹੋਵੇ, ਹੋ ਸਕਦਾ ਵੱਧ ਵੀ ਕਰਦੀ ਹੋ ਸਕਦਾ ਘੱਟ ਵੀ ਕਰਦੀ ਹੋਵੇ, ਇਹ ਤੇ ਸਿਰਫ ਸਮਾਂ ਹੀ ਦੱਸੇਗਾ। ਪਰ ਇਹ ਨਵਾਂ ਵੇਰੀਐਂਟ ਆ ਗਿਆ ਹੋਇਆ, ਜਿਹੜੇ ਸਾਊਥ ਅਫਰੀਕਨ ਦੇਸ਼ਾਂ ਦੇ ਵਿੱਚੋਂ ਇਹ ਪੈਦਾ ਹੋਈ, ਇਹ ਜਿਵੇਂ ਡੈਲਟਾ ਇੰਡੀਆ ਦੇ ਵਿੱਚ ਹੋਏ ਸੀ, ਇਹ ਵਾਲਾ ਓਮਿਕਰੋਨ ਜਿਹੜਾ ਹੈਗਾ ਇਹ ਉੱਥੋਂ ਪੈਦਾ ਹੋਈ ਹੈ। ਤੇ ਇਸ ਕਰਕੇ ਦੁਨੀਆ ਦੇ ਵਿੱਚ ਇਸ ਵੇਲੇ ਕੰਟਰੋਲ ਕਰਨ ਦੇ ਵਿੱਚ ਇਹਨਾਂ ਨੂੰ ਭਾਜੜਾਂ ਪਈਆਂ ਹੋਈਆਂ ਕਿ ਛੇਤੀ ਤੋਂ ਛੇਤੀ ਇਹਨੂੰ ਦਬਾ ਲਈਏ। ਜੇ ਨਾ ਦਬਾਇਆ ਗਿਆ ਤੇ ਇਹ ਸਾਰੀ ਦੁਨੀਆ ਦੇ ਵਿੱਚ ਫੇਰ ਫੈਲ ਜਾਣੀ ਹੈ। ਬੋਤਸਵਾਨਾ, ਇਟਲੀ, ਹਾਂਗਕਾਂਗ, ਆਸਟ੍ਰੇਲੀਆ, ਬੈਲਜੀਅਮ, ਯੂਨਾਈਟਿਡ ਕਿੰਗਡਮ, ਡੈਨਮਾਰਕ, ਜਰਮਨੀ, ਕੈਨੇਡਾ, ਇਜ਼ਰਾਈਲ ਤੇ ਚੈਕ ਰਿਪਬਲਿਕ, ਇਹ ਉਹ ਮੁਲਕ ਨੇ ਜਿੱਥੇ ਕਨਫਰਮ ਹੋ ਗਿਆ ਕਿ ਇਹ ਕੇਸਿਸ ਆਲਰੇਡੀ ਆ ਚੁੱਕੇ ਹੈ। ਸਾਊਥ ਅਫਰੀਕਾ ਤੋਂ ਇਹ ਸ਼ੁਰੂ ਹੋਇਆ ਸੀ ਔਰ ਹੁਣ ਦੁਨੀਆ ਦੇ 12 ਹੋਰ ਮੁਲਕਾਂ ਦੇ ਵਿੱਚ ਆਲਰੇਡੀ ਫੈਲ ਚੁੱਕਾ। ਆਪਣੇ ਇੱਥੇ ਵੀ 2 ਲੋਕ ਜਿਹੜੇ ਨਾਈਜੀਰੀਆ ਤੋਂ ਆਏ ਹੈ, ਉਹਨਾਂ ਦੇ ਕਨਫਰਮੇਸ਼ਨ ਹੋ ਗਈ ਹੈ ਕਿ ਆਟਵਾ ਦੇ ਵਿੱਚ ਨੇ ਉਹ, ਕਿ ਜਿਹੜੇ ਉਹ ਇਸ ਵੇਲੇ ਕੁਆਰੰਟੀਨ ਕਰ ਰਹੇ ਹੈ। ਲੇਕਿਨ ਕੀ ਉਹਨਾਂ ਨੇ ਹੋਰ ਕਿਸੇ ਨੂੰ ਆ ਕੇ ਇਨਫੈਕਟ ਕਰ ਦਿੱਤਾ ਕਿ ਨਹੀਂ, ਇਹ ਹਜੇ ਪਤਾ ਨਹੀਂ। ਤਾਂ ਫਲਾਈਟਾਂ ਜਿਹੜੀਆਂ ਆ ਰਹੀਆਂ ਇਹਨਾਂ ਮੁਲਕਾਂ ਤੋਂ, ਉਹਦੇ ਬਾਰੇ ਬਹੁਤ ਜ਼ਿਆਦਾ ਚਿੰਤਾ ਦੀ ਲੋੜ ਹੈ। ਪਰ ਮੰਨ ਕੇ ਚਲੋ ਜੇ ਡਾਇਰੈਕਟ ਫਲਾਈਟਾਂ ਅਫਰੀਕਾ ਤੋਂ ਨਹੀਂ ਵੀ ਆ ਰਹੀਆਂ, ਪਰ ਅਗਰ ਫਲਾਈਟਾਂ ਜਿਹੜੀਆਂ UK ਤੋਂ ਆ ਰਹੀਆਂ ਹੋਣ, ਬੈਲਜੀਅਮ ਤੋਂ, ਆਸਟ੍ਰੇਲੀਆ ਤੋਂ, ਕਿਸੇ ਵੀ ਹੋਰ ਮੁਲਕ ਤੋਂ ਆ ਰਹੀਆਂ ਹੋਣ, ਕੀ ਉਹਦੇ 'ਚੋਂ ਇਹ ਵਾਇਰਸ ਕੈਰੀ ਹੋ ਕੇ ਸਾਡੇ ਇਸ ਮੁਲਕ 'ਚ ਆਏਗਾ ਜਾਂ ਦੂਜੇ ਮੁਲਕਾਂ 'ਚ ਜਾਏਗਾ? ਕਨੈਕਟਿੰਗ ਫਲਾਈਟਸ ਵੀ ਆ ਰਹੀਆਂ, ਸਿੱਧੀਆਂ ਡਾਇਰੈਕਟ ਫਲਾਈਟ ਅਗਰ ਨਹੀਂ ਵੀ ਆ ਰਹੀਆਂ, ਕੀ ਉਹਨਾਂ ਨੂੰ ਹੁਣ ਬੰਦ ਕਰ ਦਿੱਤਾ ਜਾਵੇ? ਕਿਵੇਂ ਇਸ ਨੂੰ ਕੰਟਰੋਲ ਕੀਤਾ ਜਾਵੇ? ਇਹ ਸਾਰੇ ਸੰਸਾਰ ਲਈ ਇਸ ਵੇਲੇ, ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਿਸ ਤਰ੍ਹਾਂ ਦੱਸਿਆ ਡਾਕਟਰ ਗੁਰਜੀਤ ਬਾਜਵਾ ਹੋਰਾਂ ਨੇ ਕਿ ਹਜੇ ਇਹ ਕਹਿ ਪਾਉਣਾ ਇਮੀਡੀਏਟਲੀ ਸੰਭਵ ਨਹੀਂ ਕਿ ਕਿੰਨਾ ਕੁ ਜ਼ਿਆਦਾ ਇਹ ਖਤਰਨਾਕ ਹੈ, ਕਿੰਨੀ ਕੁ ਤੇਜ਼ੀ ਨਾਲ ਫੈਲ ਰਿਹਾ ਹੈ। ਪਰ ਸੋ ਫਾਰ ਜੋ ਵੀ ਇਹਦੇ ਬਾਰੇ ਖਬਰਾਂ ਮਿਲ ਰਹੀਆਂ, ਖਤਰਨਾਕ ਵਾਇਰਸ ਇਹ ਹੈ। ਆਪਣੇ ਡਾਕਟਰ ਸਾਹਿਬ, ਕਾਫੀ ਹੱਦ ਤੱਕ ਹੁਣ ਅਸੀਂ ਹਸਪਤਾਲਾਂ ਦੇ ਵਿੱਚ ਬਹੁਤ ਥੋੜ੍ਹੇ ਲੋਕ ICU ਦੇ ਵਿੱਚ ਨੇ, ਬਹੁਤ ਥੋੜ੍ਹੇ ਲੋਕ ਇਸ ਵੇਲੇ ਵੈਂਟੀਲੇਟਰ 'ਤੇ ਨੇ। ਤੋ ਜਿਹੜੀ ਇੱਕ ਵੇਲੇ ਬੜੀ ਚਿੰਤਾ ਦੀ ਗੱਲ ਹੋ ਗਈ ਸੀ ਕਿ 850-900 ਲੋਕ ਆਲਰੇਡੀ ICU ਨੂੰ ਕ੍ਰਾਸ ਕਰ ਗਏ ਸੀ। ontario ਦੇ ਵਿੱਚ ਆਲਮੋਸਟ ਸਾਡੇ ਬੈੱਡਸ ਭਰ ਗਏ ਸੀ। ਉਹ ਸਿਚੁਏਸ਼ਨ ਤਾਂ ਹੁਣ ਕਿਤੇ ਬੈਟਰ ਹੈ, ਪਰ ਕੀ ਲੱਗਦਾ ਹੈ ਕਿ ਬਾਰ-ਬਾਰ ਇਹ ਇੱਦਾਂ ਦੇ ਵਾਇਰਸ ਆਉਣਗੇ, ਮਿਊਟੈਂਟ ਵਾਇਰਸ ਆਉਣਗੇ, ਬਾਰ-ਬਾਰ ਕਦੋਂ ਨਿਕਲ ਪਾਵਾਂਗੇ ਇਸ ਚੱਕਰਵਿਊ 'ਚੋਂ ਅਸੀਂ ਬਾਹਰ? ਬਹੁਤ ਅੱਛਾ ਸਵਾਲ ਹੈ। ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਉਮੀਦ ਲੱਗਦੀ ਹੈ ਕਿ ਇਹ ਕਦੀ ਵੀ ਨਹੀਂ ਖਤਮ ਹੋਏਗਾ। ਕੋਵਿਡ ਸਦਾ ਹੀ ਵਾਸਤੇ ਇਹ ਰਹੇਗਾ, ਪਰ ਸਿਰਫ ਇਹ ਹੈ ਕਿ ਪੈਂਡੈਮਿਕ ਤੋਂ ਹਟ ਕੇ ਐਂਡੈਮਿਕ ਤੱਕ ਆ ਜਾਏਗਾ। ਉਹਦਾ ਮਤਲਬ ਇਹ ਹੁੰਦਾ ਕਿ ਹਾਂ, ਆਮ ਜਿਵੇਂ ਫਲੂ ਵਾਇਰਸ ਸਾਡੇ ਵਿੱਚ ਕਦੀ ਵੀ ਨਹੀਂ ਜਾਂਦੀ ਹੈਗੀ, ਉਹ ਇਸ ਤਰ੍ਹਾਂ ਹੀ ਇਹ ਬਣ ਜਾਏਗੀ। ਪਰ ਪੈਂਡੈਮਿਕ ਵਾਲਾ ਹਾਲ ਨਹੀਂ ਰਹੇਗਾ ਜਦੋਂ ਲੋਕ ਵੈਕਸੀਨ ਲਵਾਉਣ ਲੱਗ ਪਏ। ਹੁਣ ਆਲਰੇਡੀ ਤੁਸੀਂ ਦੇਖ ਰਹੇ ਹੋ ਕਿ ontario ਜਿਹੜਾ, ਤੇ ਖਾਸ ਕਰਕੇ ਪੀਲ ਰੀਜਨ ਜਿਸ ਤੇ ਉਸ ਵੇਲੇ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਸੀਗਾ, ਬਹੁਤ ਹੱਦ ਤੱਕ ਵੈਕਸੀਨ ਲਵਾ ਚੁੱਕੇ ਹੈ, ਬਹੁਤ ਲੋਕਾਂ ਨੇ ਆਖੇ ਲੱਗਿਆ। ਤੇ ਇਸ ਕਰਕੇ ਇਹਨਾਂ ਜੂਰਿਸਡਿਕਸ਼ਨਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਹੀ ਘੱਟ ਕੇਸਿਸ ਆ ਰਹੇ ਹੈ। ਜਿਹੜੇ ਵੀ ਆ ਰਹੇ ਹੈ ਉਹ ਜਾਂ ਤਾਂ ਬੱਚਿਆਂ 'ਚ ਆ ਰਹੇ ਹੈ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ, ਤੇ ਜਾਂ ਜਿਹੜੇ ਅਡਲਟਸ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਉਹਨਾਂ 'ਚ ਜ਼ਿਆਦਾ ਆ ਰਹੇ ਹੈ। ਜੇਕਰ ਤੁਸੀਂ ਟੀਕਾ ਲਵਾਇਆ ਹੋਇਆ ਤੇ ਵੀ ਫਿਰ ਵੀ ਤੁਹਾਨੂੰ ਕੋਵਿਡ ਹੋ ਗਿਆ, ਫਿਰ ਤੁਹਾਨੂੰ ਸਿਰਫ ਜ਼ੁਕਾਮ ਵਗੈਰਾ ਹੋ ਕੇ ਹਟ ਜਾਏਗਾ। ਤੁਹਾਨੂੰ ਆਲਮੋਸਟ ਗਾਰੰਟੀ ਹੈ ਕਿ ਤੁਸੀਂ ICU ਦੇ ਵਿੱਚ ਦਾਖਲ ਨਹੀਂ ਹੋਵੋਗੇ, ਤੁਸੀਂ ਡੈਥ ਨਹੀਂ ਹੋਏਗੀ ਤੇ ਹਸਪੀਟਲਾਈਜੇਸ਼ਨ ਨਹੀਂ ਹੋਏਗੀ। ਸੋ ਇਸ ਕਰਕੇ ਆਪਾਂ ਦੇਖ ਲਿਆ ਹੋਇਆ ਡੈਲਟਾ ਵੇਰੀਐਂਟ ਦੇ ਨਾਲ ਕਿ ਇਹ 2 ਜਿਹੜੇ ਟੀਕੇ ਹੈ ਇਹ ਸਾਨੂੰ ਬਹੁਤ ਬਚਾ ਕੇ ਰੱਖਦੇ ਆ। 95% ਦੇ ਰੇਂਜ ਦੇ ਵਿੱਚ ਸਾਨੂੰ ਬਚਾ ਕੇ ਰੱਖਦੇ ਆ ਸੀਰੀਅਸ ਇਲਨੈਸ ਤੋਂ। ਉਮੀਦ ਹੈ ਕਿ ਓਮਿਕਰੋਨ ਵਾਸਤੇ ਵੀ ਇਸ ਤਰ੍ਹਾਂ ਹੀ ਹੋਏਗਾ, ਪਰ ਉਹ ਸਿਰਫ ਸਮਾਂ ਹੀ ਦੱਸੇਗਾ। ਸੋ ਇਸ ਕਰਕੇ ਆਪਾਂ ਉਹਨਾਂ ਚੀਜ਼ਾਂ ਨੂੰ ਤਾਂ ਕੰਟਰੋਲ ਕਰ ਨਹੀਂ ਸਕਦੇ ਹੈਗੇ ਕਿ ਫਲਾਈਟਸ ਨੂੰ ਕੰਟਰੋਲ ਕਰੋ ਜਾਂ ਦੂਜੇ ਦੇਸ਼ ਕੀ ਕਰ ਰਹੇ ਆ। ਆਪਾਂ ਨੂੰ ਆਪਣੇ ਆਪ ਘਰ ਦਾ ਬਚਾ ਕੇ ਰੱਖਣਾ ਹੈ। ਉਹ ਕਿਵੇਂ ਬਚਾਈਏ? ਤੁਸੀਂ ਟੀਕੇ ਲਵਾਓ, ਜਿੰਨੇ ਵੀ ਵੱਧ ਤੋਂ ਵੱਧ ਤੁਸੀਂ ਲੋਕਾਂ ਨੂੰ ਤੁਸੀਂ ਦੱਸ ਸਕਦੇ ਹੋ। ਤੇ ਖਾਸ ਕਰਕੇ ਹੁਣ ਜਿਹੜੀਆਂ ਛੁੱਟੀਆਂ ਆ ਰਹੀਆਂ ਇਹਨਾਂ ਦੇ ਵਿੱਚ ਜੇ ਤੁਸੀਂ ਕਿਸੇ ਦੇ ਘਰ ਜਾਣਾ ਹੈ ਤਾਂ ਤੁਸੀਂ ਪੁੱਛ ਕੇ ਜਾਇਓ ਕਿ ਤੁਸੀਂ ਟੀਕਾ ਲਵਾਇਆ, ਬੱਚਿਆਂ ਦੇ ਲਵਾਇਆ। ਸੋ ਇਸ ਕਰਕੇ ਆਪਣੇ ਆਪ ਘਰ ਨੂੰ ਬਚਾਈਏ। ਉਹ ਇੱਕੋ ਹੀ ਤਰੀਕਾ ਹੈ ਕਿ ਵੈਕਸੀਨੇਸ਼ਨ ਲਵਾਓ ਤੇ ਇਸ ਚੀਜ਼ ਤੋਂ ਬਚ ਕੇ ਰਹੀਏ। ਜੀ ਇਹ ਵੀ ਮੈਂ ਦੱਸ ਦੇਵਾਂ ਗੱਲਾਂ ਦੇ ਵਿੱਚ ਨਾਲ ਕਿ ਜਾਪਾਨ ਤੇ ਇਜ਼ਰਾਈਲ ਨੇ ਮੁਕੰਮਲ ਤੌਰ ਦੇ ਉੱਤੇ ਇੰਟਰਨੈਸ਼ਨਲ ਫਲਾਈਟਸ ਨੂੰ ਬੈਨ ਕਰ ਦਿੱਤਾ ਹੈ। ਸੋ ਕੋਈ ਵੀ ਫੋਰਨਰ ਇਹਨਾਂ ਮੁਲਕਾਂ 'ਚ ਨਹੀਂ ਜਾ ਸਕਦਾ। ਆਸਟ੍ਰੇਲੀਆ ਵੱਲੋਂ ਹੁਣੇ ਖਬਰ ਆ ਰਹੀ ਹੈ
ਕਿ ਉਹਨਾਂ ਨੇ ਵੀ ਇਸ ਨੂੰ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਸਕਿਲਡ ਜਿਹੜੇ ਇਮੀਗ੍ਰੈਂਟਸ ਉੱਥੇ ਜਾ ਰਹੇ ਹੈ ਜਾਂ ਫਿਰ ਜਿਹੜੇ ਸਟੂਡੈਂਟ ਜਾ ਰਹੇ ਆ ਉੱਥੋਂ, ਉਹਨਾਂ ਲਈ ਫਿਲਹਾਲ ਰਿਵਿਊ ਕੀਤਾ ਜਾ ਰਿਹਾ ਕਿ ਬਾਰਡਰ ਖੋਲ੍ਹੇ ਜਾਣ ਕਿ ਨਹੀਂ ਖੋਲ੍ਹੇ ਜਾਣ। ਔਰ ਦੁਨੀਆ ਦੇ ਬੜੇ ਮੁਲਕਾਂ ਨੇ, ਸਾਊਥ ਅਫਰੀਕਾ ਅਤੇ ਜਿਹੜੀ ਉਹਦੇ ਨਾਲ ਦੀਆਂ ਕੰਟਰੀਜ਼ ਨੇ, ਨਾਈਜੀਰੀਆ ਵਗੈਰਾ, ਉੱਥੋਂ ਡਾਇਰੈਕਟ ਫਲਾਈਟਸ ਨੂੰ ਇਮੀਡੀਏਟਲੀ ਬੈਨ ਕਰ ਦਿੱਤਾ ਹੈ। ਅਤੇ ਮਤਲਬ ਇਹ ਹੈ ਕਿ ਇਹ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਸਾਡਾ ਟਰੈਵਲ ਦਾ ਬਿਜ਼ਨਸ ਹੈ, ਇਹ ਮੁੜ ਕੇ ਖਤਰੇ ਦੇ ਵਿੱਚ ਹੈ। ਫਲਾਈਟਾਂ ਫਿਰ ਬੰਦ ਹੋ ਸਕਦੀਆਂ, ਫਲਾਈਟਾਂ ਫਿਰ ਘਟਾਈਆਂ ਜਾ ਸਕਦੀਆਂ। ਮਸਾਂ ਨੋਰਮਲ ਹੋ ਰਿਹਾ ਸੀ ਸਾਰਾ ਕੁਝ, ਮੁੜ ਤੋਂ ਅਸੀਂ ਉਸ ਪਾਸੇ ਨੂੰ ਵੱਧ ਰਹੇ ਹਾਂ। ਹਜੇ ਦੇਖਣਾ ਹੋਏਗਾ ਕਿ ਕਿੰਨੀ ਕੁ ਤਬਾਹੀ ਇਹ ਓਮਿਕਰਾਨ ਜਿਹੜਾ ਇਹ ਵਾਇਰਸ ਫੈਲਾਉਂਦਾ ਹੈ। ਸਾਰੇ ਵੇਟ ਐਂਡ ਵਾਚ ਕਰ ਰਹੇ ਆ, ਪਰ ਇੱਕ ਗੱਲ ਜ਼ਰੂਰ ਤੈਅ ਹੈ ਕਿ ਅਸੀਂ ਬੇਸ਼ੱਕ ਜਿੰਨੇ ਮਰਜ਼ੀ ਇੱਥੇ ਇੰਜੈਕਸ਼ਨ ਲਗਵਾ ਲਏ ਆ, ਵੈਕਸੀਨ ਲੱਗ ਗਏ ਹੈ, ਪਰ ਜਦ ਤੱਕ ਸਾਰੀ ਦੁਨੀਆ ਦੇ ਵਿੱਚ ਵੈਕਸੀਨ ਨਹੀਂ ਲੱਗ ਜਾਣਗੇ ਅਸੀਂ ਇਸ ਤੋਂ ਸੁਰਖਰੂ ਨਹੀਂ ਹੋ ਸਕਾਂਗੇ। ਸੋ ਡਾਕਟਰ ਸਾਹਿਬ, ਸਵਾਲ ਪੈਦਾ ਹੁੰਦਾ ਕਿ ਅਸੀਂ ਤਾਂ 88-89% ਟੱਚ ਕਰ ਗਏ ਹਾਂ, 85-86% ਲੋਕਾਂ ਨੇ ਡਬਲ ਡੋਜ਼ ਵੀ ਲਗਵਾ ਲਈ ਅੰਟਾਰੀਓ ਦੇ ਵਿੱਚ। ਤੁਸੀਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਅਸੀਂ ਬਹੁਤ ਸਾਰੇ ਮੁਲਕਾਂ ਨਾਲੋਂ ਦੁਨੀਆ ਦੇ ਨਾਲ ਕੰਪੈਰੇਟਿਵਲੀ ਵੇ ਅਹੈਡ ਹਾਂ, ਬਹੁਤ ਬੈਟਰ ਪੋਜੀਸ਼ਨ 'ਚ ਹਾਂ ਐਜ਼ ਫਾਰ ਐਜ਼ ਵੈਕਸੀਨੇਸ਼ਨ ਇਜ਼ ਕੰਸਰਨਡ। ਪਰ ਜੇ ਜਿਹੜੇ ਆ ਗਰੀਬ ਮੁਲਕ ਨੇ, ਪਛੜੇ ਹੋਏ ਮੁਲਕ ਨੇ, ਅਜੇ ਉੱਥੇ 4-4, 5-5, 10-10% ਵੀ ਵੈਕਸੀਨੇਸ਼ਨ ਨਹੀਂ ਹੋਈ। ਇਹਦਾ ਮਤਲਬ ਇਹ ਹੈ ਕਿ ਉੱਥੇ ਇੱਦਾਂ ਦੇ ਮਿਊਟੈਂਟ ਵੇਰੀਐਂਟ ਵਾਇਰਸ ਫੈਲਦੇ ਰਹਿਣਗੇ ਔਰ ਦੁਨੀਆ ਲਈ ਖਤਰਾ ਬਣੇ ਰਹਿਣਗੇ। ਹਾਂਜੀ ਸੈਨ ਸਾਹਿਬ, ਬਿਲਕੁਲ ਸਹੀ ਗੱਲ ਹੈ ਕਿ ਜਿਵੇਂ ਇੰਡੀਆ ਦੇ ਵਿੱਚ ਪਿਛਲੇ ਸਾਲ ਯਾਨੀ ਕੁਝ ਮਹੀਨੇ ਪਹਿਲਾਂ ਜਦੋਂ ਡੈਲਟਾ ਵੇਰੀਐਂਟ ਆਉਣ ਤੋਂ ਪਹਿਲਾਂ ਉੱਥੇ ਨਹੀਂ ਸੀ ਦਵਾਏ, ਉੱਥੇ ਡੈਲਟਾ ਵੇਰੀਐਂਟ ਪੈਦਾ ਹੋ ਗਿਆ। ਅਫਰੀਕਾ ਦੇ ਵਿੱਚ ਇਸ ਵੇਲੇ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਵੈਕਸੀਨ ਲਵਾਈਆਂ ਹੋਈਆਂ, ਉੱਥੇ ਪੈਦਾ ਹੋਇਆ। ਸੋ ਇਸ ਕਰਕੇ ਆਪਾਂ ਨੂੰ ਜਿਵੇਂ ਤੁਸੀਂ ਆਖਿਆ ਨਾ, ਆਪਣੇ ਘਰ ਨੂੰ ਤਾਂ ਬਚਾਉਣਾ ਟੀਕਾ ਤੁਸੀਂ ਆਪਣੇ ਲਾਉਣੇ ਹੈ, ਪਰ ਇਸ ਨਾਲ ਦੀ ਨਾਲ ਸਾਰੀ ਦੁਨੀਆ ਨੂੰ ਵੀ ਟੀਕੇ ਲਵਾਉਣੇ, ਕਿਉਂਕਿ ਜੇ ਅਸੀਂ ਨਹੀਂ ਲਵਾਏ ਤਾਂ ਉੱਥੇ ਨਵੇਂ ਦੇ ਨਵੇਂ ਵੇਰੀਐਂਟ ਆਉਂਦੇ ਹੀ ਰਹਿਣਗੇ। ਸੋ ਇਸ ਵੇਲੇ ਸਰਕਾਰ ਨੂੰ ਵੀ ਇਸ ਕਰਕੇ ਇਸ ਚੀਜ਼ ਦਾ ਸੋਚਣਾ ਪੈ ਰਿਹਾ ਹੈਗਾ ਕਿ ਹੁਣ ਇਸ ਵੇਲੇ ਅਸੀਂ ਬੂਸਟਰ ਡੋਸਿਸ ਦੇ ਉੱਤੇ ਜ਼ੋਰ ਪਾਈਏ ਕਿ ਜਾਂ ਦੁਨੀਆ ਨੂੰ ਅਸੀਂ ਵੈਕਸੀਨ ਸਪਲਾਈ ਕਰੀਏ। ਸੋ ਇਸ ਕਰਕੇ ਉਹ ਸਰਕਾਰਾਂ ਨੂੰ ਦੋਵੇਂ ਚੀਜ਼ਾਂ ਕਰਨੀਆਂ ਪੈ ਰਹੀਆਂ। ਇੱਥੇ ਵੀ ਕਹਿ ਰਹੇ ਹੈ ਕਿ ਤੁਸੀਂ ਆਪਣੇ ਬੂਸਟਰ ਡੋਜ਼ ਲਵਾਓ, ਆਪਣੇ ਆਪ ਨੂੰ ਬਚਾਓ, ਪਰ ਨਾਲ ਦੇ ਨਾਲ ਇਹ ਵੀ ਕਹਿ ਰਹੇ ਹੈ ਕਿ ਉਹਨਾਂ ਦੇਸ਼ਾਂ ਤੱਕ ਇਹ ਵੈਕਸੀਨ ਪਹੁੰਚਾਓ ਜਿੱਥੇ ਉਹਨਾਂ ਕੋਲ ਜਿਹੜੇ ਨਹੀਂ ਟੀਕੇ ਲੱਗੇ। ਅਤੇ ਇਸ ਕਰਕੇ ਕਿਉਂਕਿ ਇਹ ਨਵੇਂ ਵੇਰੀਐਂਟਸ ਤੋਂ ਆਪਾਂ ਬਚਾ ਕੇ ਰੱਖੀਏ ਆਪਣੇ ਆਪ ਨੂੰ, ਦੁਨੀਆ ਦਾ ਭਲਾ ਕਰਦਿਆਂ ਆਪਣੇ ਆਪ ਦਾ ਵੀ ਭਲਾ ਹੋ ਜਾਏਗਾ। ਜੀ, ਇੱਕ ਲਾਸਟ ਕੁਐਸਚਨ ਡਾਕਟਰ ਸਾਹਿਬ, ਜਾਣ ਤੋਂ ਪਹਿਲਾਂ ਤੁਸੀਂ ਬੂਸਟਰ ਸ਼ਾਟ ਦੀ ਗੱਲ ਕੀਤੀ ਹੈ, ਤਾਂ ਕਈ ਲੋਕਾਂ ਨੂੰ ਐਂ ਲੱਗ ਰਿਹਾ ਕਿ ਹੁਣ ਪੱਕਾ ਹੀ ਕੰਮ ਹੋ ਗਿਆ ਕਿ ਬਾਰ-ਬਾਰ ਬੂਸਟਰ ਸ਼ਾਟ ਲਵਾਈ ਜਾਓ, ਪਤਾ ਨਹੀਂ ਕਦੋਂ ਤੱਕ ਬੂਸਟਰ ਸ਼ਾਟ ਲਵਾਉਣੇ ਪੈਣਗੇ, ਇਹਦਾ ਕੋਈ ਸਾਈਡ ਇਫੈਕਟ ਨਾ ਹੋਣ। ਤਾਂ ਇਹਦੇ ਬਾਰੇ ਵੀ ਹੁਣ ਗੱਲ ਚੱਲ ਰਹੀ ਹੈ ਕਿ ਕੀ ਇਹਦੇ ਲਈ ਕੋਈ ਬੂਸਟਰ ਸ਼ਾਟ ਬਣਾਉਣਾ ਪਏਗਾ, ਜਾਂ ਜਿਨ੍ਹਾਂ ਨੇ 2-2 ਟੀਕੇ ਲਗਵਾ ਲਏ ਹੋਏ ਹੈ ਉਹ ਇਨਫ ਨੇ, ਉਹਨਾਂ ਵਾਸਤੇ ਉਹ ਕਾਫੀ ਹੱਦ ਤੱਕ ਉਹ ਸੇਫ ਨੇ, ਸੇਫ ਗਾਰਡਡ ਨੇ। ਕੀ ਲੱਗਦਾ ਹੈ ਕਿ ਇਹਦੇ ਲਈ ਕੋਈ ਹੋਰ ਵੱਖਰਾ ਬੂਸਟਰ ਸ਼ਾਟ ਵੀ ਬਣਾਉਣਾ ਪਏਗਾ ਇਸ ਮਿਊਟੈਂਟ ਵਾਇਰਸ ਲਈ, ਜਾਂ ਜਿਨ੍ਹਾਂ ਨੇ ਲਵਾਇਆ ਹੋਇਆ ਉਹਨਾਂ ਨੂੰ ਜਿਹੜੇ ਰੈਗੂਲਰ ਬੂਸਟਰ ਸ਼ਾਟ ਹੁਣ ਆਉਣ ਵਾਲੇ ਸਮੇਂ 'ਚ ਲਗਾਉਣੇ ਪੈਣਗੇ, ਦੈਟ ਵਿਲ ਬੀ ਗੁੱਡ ਇਨਫ? ਹਾਂਜੀ ਸਰ ਸਾਹਿਬ, ਇਸ ਤਰ੍ਹਾਂ ਕਿ ਇਹ ਸੋ ਫਾਰ ਅਸੀਂ ਦੇਖ ਰਹੇ ਹਾਂ ਕਿ ਅਡਲਟਸ ਦੇ ਵਿੱਚ ਖਾਸ ਕਰਕੇ 6-7-8 ਮਹੀਨਿਆਂ ਬਾਅਦ ਇਹਦੀ ਇਮਿਊਨਿਟੀ ਥੋੜੀ ਜਿਹੀ ਘਟਦੀ ਜਾ ਰਹੀ ਹੈ। ਤਾਂ ਇਸ ਕਰਕੇ ਬੂਸਟਰ ਸ਼ਾਟ ਲਵਾਉਣ ਦੀ ਲੋੜ ਪੈ ਰਹੀ ਹੈ। ਉਹ ਕਿਹੜਾ ਬੂਸਟਰ ਸ਼ਾਟ ਹੈ? ਉਹੀ ਸੇਮ ਹੀ ਹੈ ਜਿਹੜੇ ਪਹਿਲੇ ਵਾਲਾ, ਉਹ ਸੇਮ ਹੀ ਬੂਸਟਰ ਸ਼ਾਟ ਲੱਗ ਰਿਹਾ, ਕੋਈ ਵੱਖਰੀ ਚੀਜ਼ ਨਹੀਂ ਹੈਗੀ। ਸੋ ਪਰ ਇਹ ਸੇਮ ਹੁੰਦਿਆਂ ਹੋਇਆਂ ਫਿਰ ਵੀ ਇਹਨਾਂ ਨੇ ਦੇਖ ਲਿਆ ਹੋਇਆ ਕਿ ਇਹ ਵੇਰੀਐਂਟ ਤੋਂ ਵੀ ਕੰਮ ਕਰਦਾ ਹੈ, ਡੈਲਟਾ ਵੇਰੀਐਂਟ ਤੋਂ ਵੀ ਬਚਾਅ ਰੱਖਦਾ ਹੈ ਇਹ ਜਿਹੜਾ ਪੁਰਾਣਾ ਵਾਲਾ ਬੂਸਟਰ ਜਿਹੜਾ ਵੈਕਸੀਨ ਹੈ। ਪਰ ਇਹ ਕਹਿੰਦਿਆਂ ਹੋਇਆਂ ਇਹ ਓਮਿਕਰਨ ਵਾਸਤੇ ਕੰਮ ਕਰੇਗਾ ਜਾਂ ਨਹੀਂ, ਇਹ ਸਿਰਫ ਸਮਾਂ ਹੀ ਦੱਸੇਗਾ। ਪਰ ਇਹ ਵੀ ਕਹਿਤਾ ਹੋਇਆ ਫਾਈਜ਼ਰ ਵਾਲਿਆਂ ਨੇ ਵੀ ਤੇ ਮੋਡਰਨਾ ਵਾਲਿਆਂ ਨੇ, ਸਿਰਫ 100 ਦਿਨ ਲੱਗਣਗੇ ਸਾਨੂੰ, 3 ਮਹੀਨਿਆਂ ਤੋਂ ਬਾਅਦ ਅਸੀਂ ਇਹਦੇ ਵਾਸਤੇ ਸਪੈਸੀਫਿਕ ਇਸ ਵੇਰੀਐਂਟ ਵਾਸਤੇ ਵੀ ਅਸੀਂ ਬੂਸਟਰ ਸ਼ਾਟ ਵਧਾ ਦਾਂਗੇ ਜਿਹੜਾ ਇਹਦੇ ਤੇ ਵੀ ਅਸਰ ਕਰੇਗਾ। ਪਰ ਉਨੇ ਚਿਰ ਵਾਸਤੇ ਹਾਂ ਆਪਾਂ ਨੂੰ ਬੂਸਟਰ ਸ਼ਾਟ ਲਾਉਣ ਦੀ ਲੋੜ ਪਏਗੀ, ਖਾਸ ਕਰਕੇ ਅਡਲਟਸ ਨੂੰ, ਕਿਉਂਕਿ ਇਹਦੀ ਹੌਲੀ ਕੁਝ ਮਹੀਨਿਆਂ ਬਾਅਦ ਇਮਿਊਨਿਟੀ ਥੋੜੀ ਜਿਹੀ ਘਟਦੀ ਜਾਂਦੀ ਹੈ। ਠੀਕ ਹੈ ਜੀ, ਇਹਦਾ ਮਤਲਬ ਇਹ ਹੋਇਆ ਕਿ ਜੇ ਕੱਲ ਨੂੰ ਇਸ ਤੋਂ ਇਲਾਵਾ ਕੋਈ ਹੋਰ ਵੀ ਮਿਊਟੈਂਟ ਵਾਇਰਸ ਆ ਜਾਵੇ ਤੇ ਇਹਦਾ ਮਤਲਬ ਸਾਡੇ ਕੋਲ ਇਹ ਸਮਰੱਥਾ ਹੈਗੀ ਹੈ ਇਹਨਾਂ ਕੰਪਨੀਆਂ ਕੋਲ ਕਿ 3 ਮਹੀਨੇ ਦੇ ਵਿੱਚ ਉਹਦਾ ਵੀ ਉਹ ਕੋਈ ਨਾ ਕੋਈ ਜਿਹੜਾ ਵੈਕਸੀਨ ਤਿਆਰ ਕਰ ਸਕਦੇ ਆ ਜਿਹੜਾ ਉਹਦੇ ਨਾਲ ਡੀਲ ਕਰ ਸਕੇ। ਤਾਂ ਇੰਨਾ ਵੀ ਘਬਰਾਉਣ ਦੀ ਫਿਰ ਲੋੜ ਨਹੀਂ ਹੈ। ਜਿਨ੍ਹਾਂ ਨੇ 2-2 ਸ਼ਾਟਸ ਲਗਵਾ ਲਏ ਹੋਏ ਹੈ, ਅਗਰ ਫਿਰ ਉਹ ਵਾਲਾ ਬੂਸਟਰ ਸ਼ਾਟ ਲਗਵਾ ਲੈਣਗੇ ਤਾਂ ਸੇਫ ਹੋਣਗੇ।
ਹਾਂਜੀ ਬਿਲਕੁਲ। ਸੋ ਘਬਰਾਹਟ ਦੀ ਇੱਥੇ ਤਾਂ ਨਹੀਂ ਲੋੜ ਹੈਗੀ, ਕਿਉਂਕਿ ਜੇ ਤੁਹਾਨੂੰ ਕੋਵਿਡ ਹੋ ਵੀ ਗਿਆ, ਐਟਲੀਸਟ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਸਿਕ ਨਹੀਂ ਹੋਵੋਗੇ। ਹੋ ਸਕਦਾ ਤੁਹਾਨੂੰ ਬੁਖਾਰ ਹੋ ਜਾਏ, ਜ਼ੁਕਾਮ ਹੋ ਜਾਏ, ਸਿਰ ਦਰਦ ਹੋ ਜਾਏ, ਪਰ 1-2 ਦਿਨ ਹੋ ਕੇ ਹਟ ਜਾਏਗਾ। ਪਰ ਜਿਹੜੀ ਚੀਜ਼ ਦਾ ਆਪਾਂ ਨੂੰ ਜ਼ਿਆਦਾ ਖਤਰਾ ਹੈ ਕਿ ਹਸਪੀਟਲਾਈਜੇਸ਼ਨ ਐਂਡ ਡੈਥ ਤੋਂ, ਉਹ ਚੀਜ਼ ਤੋਂ ਇਹ ਜਿਹੜੇ ਪਹਿਲੇ ਵਾਲੇ ਵਾਇਰਸ ਵੈਕਸੀਨ ਬਚਾ ਰੱਖਦੇ ਆ ਐਂਡ ਦ ਬੂਸਟਰ ਸ਼ਾਟ ਬਚਾ ਰੱਖਦਾ। ਸੋ ਇਸ ਕਰਕੇ ਇਸ ਵੇਲੇ ਆਪਾਂ ਨੂੰ ਉਸ ਚੀਜ਼ ਤੇ ਕਨਸੈਂਟਰੇਟ ਕਰਨ ਦੀ ਲੋੜ ਹੈ ਕਿ ਪੂਰੀ ਵੈਕਸੀਨੇਟਡ ਹੋਈਏ, ਕਿ ਜਦੋਂ ਸਾਨੂੰ ਐਕਸਪੋਜ਼ਰ ਹੋਏ ਕੋਵਿਡ ਦਾ, ਐਟਲੀਸਟ ਆਪਾਂ ਸਖਤ ਬਿਮਾਰ ਨਾ ਹੋਈਏ। ਠੀਕ ਹੈ ਜੀ। ਅੱਛਾ, ਉਹਨਾਂ ਨੇ BC ਨੇ, ਬ੍ਰਿਟਿਸ਼ ਕੋਲੰਬੀਆ ਪਹਿਲਾ ਆਪਣਾ ਪ੍ਰੋਵਿੰਸ ਹੈ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਸਪਰਿੰਗ ਤੋਂ ਬਾਅਦ ਅਸੀਂ ਹਰ ਵਿਅਕਤੀ ਨੂੰ ਬੂਸਟਰ ਸ਼ਾਟ ਲਗਾਉਣੇ ਸ਼ੁਰੂ ਕਰ ਦਿਆਂਗੇ ਬਿਨਾਂ ਕਿਸੇ ਕੈਟਾਗਰਾਈਜ਼ ਕੀਤੇ ਆ। ਪਰ ਆਪਾਂ ਅਜੇ ਅੰਟਾਰੀਓ 'ਚ ਕੋਈ ਫੈਸਲਾ ਇੱਦਾਂ ਦਾ ਨਹੀਂ ਹੋਇਆ। ਸੋ ਇੱਥੇ ਪ੍ਰਾਇਓਰਟੀ 'ਤੇ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਤੁਸੀਂ ਜਿਹੜੇ ਹੈਲਥ ਕੇਅਰ ਵਾਲੇ ਹੋ, ਉਹਨਾਂ ਨੂੰ ਅਜੇ ਬੂਸਟਰ ਸ਼ਾਟ ਲਗਾਏ ਜਾ ਰਹੇ ਆ। ਤਾਂ ਆਸ ਕਰਾਂਗੇ ਕਿ ਇੱਥੇ ਵੀ ਆਉਣ ਵਾਲੇ ਮਹੀਨੇ, 2 ਮਹੀਨੇ, 3 ਮਹੀਨੇ ਤੱਕ ਸਰਕਾਰ ਕੋਈ ਐਲਾਨ ਕਰੇਗੀ ਕਿ ਆਮ ਪਬਲਿਕ ਨੂੰ ਇਹ ਬੂਸਟਰ ਸ਼ਾਟ ਕਦੋਂ ਤੋਂ ਲੱਗਣੇ ਸ਼ੁਰੂ ਹੋ ਜਾਣਗੇ। ਹਾਂਜੀ, ਉਮੀਦ ਹੈ ਕਿ ਹੌਲੀ ਹੌਲੀ ਕੈਟਾਗਰੀ 'ਚ ਇਸ ਵੇਲੇ 70 ਸਾਲ ਤੋਂ ਬਾਅਦ ਹੈ, ਹੌਲੀ ਬਹੁਤ ਤੇਜ਼ੀ ਨਾਲ 60s 50s 40s ਤੇ ਆ ਜਾਏਗਾ। ਤੇ ਹੋ ਸਕਦਾ ਹੈ ਕਿ ਇਹ ਵੀ ਅਨਾਉਂਸ ਕਰ ਦੇਣ ਕਿ ਜਿਹੜਾ ਵੀ ਲਾਉਣਾ ਚਾਹੁੰਦਾ ਉਹ ਕਰ ਲੈਣ। ਪਰ ਉਹਨੇ ਚਿਰ ਵਾਸਤੇ ਇੰਨਾ ਆਪਾਂ ਨੂੰ ਆਸ ਰੱਖ ਸਕਦੇ ਹਾਂ ਕਿ ਸਿਰਫ ਜੇ 2 ਵੀ ਲਵਾਏ ਹੈ ਨਾ, ਤੇ ਉਹਦੇ ਨਾਲ ਵੀ ਸਾਨੂੰ ਕਾਫੀ ਸਰ ਜਾਏਗਾ। ਐਟਲੀਸਟ ਅਸੀਂ ਬਹੁਤ ਜ਼ਿਆਦਾ ਸਖਤ ਬਿਮਾਰ ਨਹੀਂ ਹੋਵਾਂਗੇ। ਪਰ ਇਸ ਵੇਲੇ ਐਟਲੀਸਟ ਆਪਾਂ ਨੂੰ ਇਹ ਕਨਸੈਂਟਰੇਟ ਕਰਨ ਦੀ ਲੋੜ ਹੈ ਕਿ 2 ਤਾਂ ਘੱਟੋ ਘੱਟ ਲਵਾਈਏ, ਕਿਉਂਕਿ ਇਸ ਵੇਲੇ ਉਹੀ ਤੁਹਾਨੂੰ 99% ਦੇ ਨੇੜੇ ਪਹੁੰਚੇ ਹੋਏ ਆ। 95-96 ਦੇ ਨੇੜੇ ਤੇ ਪਹੁੰਚ ਜੇ ਤਾਂ ਚੰਗੀ ਗੱਲ ਹੈ। ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਜਿਸ ਤਰੀਕੇ ਦੇ ਨਾਲ ਹੁਣ ਸਾਰੇ ਲੋਕ ਐਕਟਿਵ ਨੇ, ਪਬਲਿਕ ਵੀ ਹੁਣ ਬੜੀ ਅਵੇਅਰ ਹੈ, ਜਿਹੜੀਆਂ ਅਥਾਰਟੀਜ਼ ਨੇ ਉਹ ਵੀ ਬੜੀਆਂ ਅਵੇਅਰ ਨੇ, ਔਰ ਸਾਨੂੰ ਇਹ ਖੁਸ਼ੀ ਹੈ ਇਸ ਗੱਲ ਦੀ। ਕਮ ਸੇ ਕਮ ਸਾਡੇ ਹੁਣ ਪੋਲੀਟੀਸ਼ੀਅਨ ਵੀ ਕਾਫੀ ਅਵੇਅਰ ਨੇ ਅਤੇ ਐਕਟਿਵ ਨੇ। ਪਹਿਲਾਂ ਅਸੀਂ ਬੜਾ ਨੁਕਸਾਨ ਕਰਾਇਆ, ਉਦੋਂ ਫਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਸੀ, ਉਦੋਂ ਬਹੁਤ ਨੁਕਸਾਨ ਕਰਾ ਲਿਆ, ਫਲਾਈਟਾਂ ਬੰਦ ਨਾ ਕੀਤੀਆਂ। ਪਰ ਹੁਣ ਜਦੋਂ ਪੂਰਾ ਵੇਟ ਐਂਡ ਵਾਚ ਹੋ ਰਹੀ ਹੈ, ਨਜ਼ਰ ਰੱਖੀ ਜਾ ਰਹੀ ਹੈ, ਇੰਟਰਨੈਸ਼ਨਲ ਕਮਿਊਨਿਟੀ ਐਜ਼ ਏ ਹੋਲ ਹੁਣ ਮੱਚ ਅਵੇਅਰ ਹੈ ਇਹਨਾਂ ਮਿਊਟੈਂਟ ਵਾਇਰਸਿਸ ਨੂੰ ਲੈ ਕੇ, ਇਹਨਾਂ ਦੇ ਨਾਲ ਕਿਵੇਂ ਲੜਨਾ ਹੈ, ਕੀ ਰੋਕਥਾਮ ਕਰਨੀ ਹੈ। ਤਾਂ ਆਈ ਥਿੰਕ ਬਹੁਤਾ ਕੋਈ ਪੈਨਿਕ ਹੋਣ ਦੀ ਵੀ ਲੋੜ ਨਹੀਂ ਹੈ। ਤਾਂ ਹਾਂ, ਲੇਕਿਨ ਚਾਹੇ ਅਸੀਂ ਮੀਡੀਆ ਵਾਲੇ ਹੋਈਏ, ਆਮ ਪਬਲਿਕ ਹੋਈਏ, ਹੈਲਥ ਕੇਅਰ ਵਾਲੇ ਹੋਣ, ਪੋਲੀਟੀਸ਼ੀਅਨ ਹੋਣ, ਸਾਰਿਆਂ ਦਾ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਵੈਲ ਅਵੇਅਰਡ ਜ਼ਰੂਰ ਰਹੀਏ। ਅਸੀਂ ਐਵੇਂ ਡਰ ਨਾ ਜਾਈਏ, ਪੈਨਿਕ ਨਾ ਹੋ ਜਾਈਏ, ਲੇਕਿਨ ਯੈਸ, ਇਹ ਜੋ ਕੁਛ ਵੀ ਹੋ ਰਿਹਾ ਸਾਡੇ ਆਲੇ ਦੁਆਲੇ, ਇਹ ਤੋਂ ਅਵੇਅਰ ਜ਼ਰੂਰ ਰਹੀਏ ਕਿਵੇਂ ਇਹਦੇ ਨਾਲ ਡੀਲ ਕਰਨਾ ਹੈ। ਤਾਂ ਹੀ ਅਸੀਂ ਇਹ ਜਿਹੜੀ ਪੈਂਡੈਮਿਕ ਹੈ ਇਹਦੇ ਨਾਲ ਡੀਲ ਕਰ ਪਾਵਾਂਗੇ। ਪਹਿਲਾਂ ਬਹੁਤ ਨੁਕਸਾਨ ਕਰਵਾਇਆ, ਪਰ ਆਈ ਬਿਲੀਵ ਅਸੀਂ ਕਮ ਸੇ ਕਮ ਭਾਗਾਂ ਵਾਲੇ ਹਾਂ ਜਿਹੜੇ ਕੈਨੇਡਾ ਵਰਗੇ ਮੁਲਕਾਂ 'ਚ ਬੈਠੇ ਹਾਂ, ਜਿੱਥੇ ਅਸੀਂ ਸਭ ਤੋਂ ਅੱਗੇ ਲੀਡ ਲਈ ਹੋਈ ਹੈ ਵੈਕਸੀਨੇਸ਼ਨ 'ਚ। ਸ਼ਾਇਦ ਉਹਦਾ ਹੀ ਕਾਰਨ ਹੈ ਕਿ ਨੰਬਰ ਜੇ ਆ ਵੀ ਰਹੇ ਹੈ ਤੇ ਹੁਣ ਉਹਨੀਆਂ ਡੈਥਸ ਨਹੀਂ ਹੋ ਰਹੀਆਂ, ਉਹਨੀਆਂ ਹੌਸਪਿਟਲਾਈਜੇਸ਼ਨ ਨਹੀਂ ਹੋ ਰਹੀ। ਔਰ ਇਸ ਚੀਜ਼ ਨੂੰ ਲਗਾਤਾਰ ਸਾਨੂੰ ਕੰਟੀਨਿਊ ਰੱਖਣ ਦੀ ਲੋੜ ਹੈ। ਜਦ ਤੱਕ ਅਸੀਂ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ਨਹੀਂ ਕਰ ਲੈਂਦੇ, ਕਾਫੀ ਹੱਦ ਤੱਕ, ਹਾਲਾਂਕਿ ਕੰਟਰੋਲ ਕਰ ਰਿਹਾ, ਪਰ ਅਸੀਂ ਫਿਰ ਅਜੇ ਵੀ ਪੂਰੀ ਤਰ੍ਹਾਂ ਕੰਟਰੋਲ ਨਹੀਂ ਕੀਤਾ। ਔਰ ਜਿਸ ਤਰ੍ਹਾਂ ਡਾਕਟਰ ਗੁਰਜੀਤ ਬਾਜਵਾ ਹੋਰੀ ਕਹਿ ਹੀ ਰਹੇ ਹੈ ਕਿ ਇਹ ਹਮੇਸ਼ਾ ਹੀ ਰਹੇਗਾ। ਇਹ ਮਤ ਭੁੱਲੋ ਕਿ ਤੁਸੀਂ ਬਿਲਕੁਲ ਖ਼ਤਮ ਕਰ ਲਓਗੇ ਇਸ ਕੋਵਿਡ-19 ਨੂੰ। ਇਹ ਵਾਇਰਸ ਕਿਸੇ ਨਾ ਕਿਸੇ ਸ਼ੇਪ 'ਚ ਰਹੇਗਾ, ਪਰ ਕੋਈ ਗੱਲ ਨਹੀਂ, ਰਹੇਗਾ, ਅਸੀਂ ਇਹਦੇ ਨਾਲ ਡੀਲ ਕਰ ਸਕਾਂਗੇ। ਪਰ ਹਜੇ ਇਹ ਜਿਹੜਾ ਓਮੀਕਰੌਨ ਵਾਇਰਸ ਹੈ, ਮਿਊਟੈਂਟ ਵਾਇਰਸ ਹੈ, ਇਹਦੇ ਬਾਰੇ ਸਾਨੂੰ ਅਲਰਟ ਰਹਿਣ ਦੀ ਲੋੜ ਹੈ ਜਦ ਤੱਕ ਸਾਨੂੰ ਪਤਾ ਨਾ ਲੱਗ ਜਾਏ ਇਹਦੇ ਪੂਰੇ ਕਰੈਕਟਰਿਸਟਿਕਸ ਬਾਰੇ ਕਿ ਇਹ ਹੈ ਕਿਸ ਤਰ੍ਹਾਂ ਦਾ ਵਾਇਰਸ। ਡਾਕਟਰ ਸਾਹਿਬ, ਤੁਸੀਂ ਲਾਸਟ 'ਚ ਕੁਝ ਕਹਿਣਾ ਚਾਹੋਗੇ ਐਂਡ 'ਚ? ਹਾਂਜੀ ਸੈਣੀ ਸਾਹਿਬ, ਤੁਸੀਂ ਬਿਲਕੁਲ ਸੁਨਹਿਰੀ ਗੱਲ ਕੀਤੀ ਹੈਗੀ ਹੈ ਕਿ ਅਵੇਅਰਨੈਸ ਬਾਰੇ ਤੁਹਾਡੀ ਮੈਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਤੇ ਖਾਸ ਕਰਕੇ ਮੀਡੀਆ ਨੂੰ ਬਹੁਤ ਵਧਾਈ ਦਿੰਦਾ ਹੈਗਾ, ਜਿਹੜੇ ਤੁਸੀਂ ਅਵੇਅਰਨੈਸ ਵਧਾਈ ਹੈ। ਗਲੋਬਲ ਮੇਲ ਦੇ ਵਿੱਚ ਹੁਣੇ ਰੀਸੈਂਟ ਆਰਟੀਕਲ ਆਇਆ ਹੈਗਾ ਕਿ ਦੇਖ ਲਓ ਕਿ ਸਾਊਥ ਏਸ਼ੀਅਨ ਕਮਿਊਨਿਟੀ ਨੇ ਕਮਾਲਾਂ ਕਰਤੀਆਂ ਹੋਈਆਂ ਕਿ ਕਿੱਥੇ ਇੰਨਾ ਪਹਿਲਾਂ ਡਰਦੇ ਸੀਗੇ, ਜਿਉਂ ਇਹਨਾਂ ਦੀ ਅਵੇਅਰਨੈਸ ਵੱਧਦੀ ਗਈ, ਉਸ ਤਰੀਕੇ ਨਾਲ ਇਹ ਵੈਕਸੀਨ ਲਵਾਉਂਦੇ ਗਏ। ਤੇ ਹੁਣ ਇਸ ਵੇਲੇ ਕਿਹਾ ਜਾ ਰਿਹਾ ਕਿ ਵਨ ਆਫ ਦਾ ਮੋਸਟ ਸਕਸੈਸਫੁਲ ਕਮਿਊਨਿਟੀਜ਼ ਹੈ, ਕਿਉਂਕਿ ਇਹਨਾਂ ਨੇ ਅਵੇਅਰਨੈਸ ਲਿਆ ਕੇ ਆਪਣੇ ਆਪ ਨੂੰ ਤੇ ਆਖੇ ਲਾ ਕੇ ਸਾਰਿਆਂ ਦੇ ਤੇ ਟੀਕੇ ਲਵਾਇਆ। ਤੇ ਦੇਖ ਲਓ ਹੁਣ ਕਿੰਨੇ ਇਸ ਵੇਲੇ ਕਾਮਯਾਬ ਹੈ, ਕਿੰਨੇ ਲੋ ਕੇਸਿਸ ਨੇ ਇਸ ਵੇਲੇ ਇਹਨਾਂ ਦੀ ਕਮਿਊਨਿਟੀ ਦੇ ਵਿੱਚ ਪੋਪੂਲੇਸ਼ਨ ਦੇ ਹਿਸਾਬ ਨਾਲ। ਸੋ ਇਸ ਕਰਕੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ। ਮੈਂ ਇਹੀ ਆਸ ਕਰਦਾ ਰਵਾਂਗਾ ਸਾਰਿਆਂ ਤੋਂ ਕਿ ਤੁਸੀਂ ਅਵੇਅਰਨੈਸ ਆਪਣੀ ਜ਼ਰੂਰ ਰੱਖੋ, ਖਬਰ ਰੱਖੋ ਤੇ ਆਪਣੇ ਆਪ ਦੀ ਸਿਹਤ ਦਾ ਖਿਆਲ ਰੱਖੋ। ਬਿਲਕੁਲ ਠੀਕ ਹੈ ਜੀ। ਔਰ ਸਾਡੇ ਬਹੁਤ ਸਾਰੇ ਲੋਕ ਆਪਣੀ ਕਮਿਊਨਿਟੀ ਦੇ ਟਰੱਕਿੰਗ ਇੰਡਸਟਰੀ 'ਚ ਨੇ, ਟਰਾਂਸਪੋਰਟੇਸ਼ਨ 'ਚ ਨੇ, ਹੈਲਥ ਕੇਅਰ ਦੇ ਵਿੱਚ ਨੇ। ਇਸੇ ਕਰਕੇ ਸ਼ਾਇਦ ਸਭ ਤੋਂ ਵੱਧ ਕੇਸ ਵੀ ਸਾਡੇ 'ਚ ਹੀ ਆਏ, ਕਿਉਂਕਿ ਅਸੀਂ ਉਸ ਵੇਲੇ ਫਰੰਟ ਦੇ ਉੱਤੇ ਲੜਾਈ ਲੜ ਰਹੇ ਸੀ, ਚਾਹੇ ਮੀਡੀਆ ਹੋਈਏ,
ਚਾਹੇ ਜਿਹੜੇ PSW ਹਸਪੀਟਲਾਂ ਦੇ ਵਿੱਚ, ਟਰਾਂਸਪੋਰਟੇਸ਼ਨ ਦੇ ਵਿੱਚ। ਤੇ ਸ਼ਾਇਦ ਇਸ ਕਰਕੇ ਸਾਨੂੰ ਬੜੀ ਕੈੜੀ ਅੱਖ ਨਾਲ ਉਸ ਵੇਲੇ ਦੇਖਿਆ ਜਾ ਰਿਹਾ ਸੀ, ਬਗੈਰ ਸਮਝਿਓ ਕਿ ਸਾਡੀ ਕਮਿਊਨਿਟੀ 'ਚ ਸਭ ਤੋਂ ਵੱਧ ਕੇਸ ਕਿਉਂ ਆ ਰਹੇ ਹੈ। ਪਰ ਜਿਉਂ-ਜਿਉਂ ਅਸੀਂ ਜਿਹੜੇ ਵੈਕਸੀਨਸ ਲਗਵਾਏ ਹੈ, ਕੰਮ ਅਸੀਂ ਹਜੇ ਵੀ ਉਹੀ ਕਰ ਰਹੇ ਹਾਂ, ਉਹ ਕਰਨਾ ਹੀ ਹੈ, ਸਾਡੀ ਜ਼ਿੰਮੇਵਾਰੀ ਹੈ। ਲੇਕਿਨ ਯੈਸ, ਅਸੀਂ ਅਵੇਅਰ ਵੀ ਬਹੁਤ ਹੋਏ ਹਾਂ। ਔਰ ਹੁਣ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਏ ਜਾ ਰਹੇ ਹੈ। ਤੇ ਤੁਹਾਨੂੰ ਅਸੀਂ ਬੇਨਤੀ ਕਰਾਂਗੇ ਕਿ ਜ਼ਰੂਰ ਉਹਦੇ ਬਾਰੇ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰ ਲਓ, ਕਿਸੇ ਤੋਂ ਵੀ ਪੁੱਛੋ ਜ਼ਰੂਰ, ਔਰ ਹਿਚਕਚਾਓ ਨਾ, ਝਿਜਕੋ ਨਾ, ਜ਼ਰੂਰ ਉਹਦੇ ਬਾਰੇ ਜਾਣਕਾਰੀ ਲੈ ਕੇ ਇਹ ਵੈਕਸੀਨ ਨੂੰ ਲਗਵਾਓ, ਤਾਂ ਕਿ ਸਾਰੇ ਲੋਕ ਸੇਫ ਐਂਡ ਸਾਊਂਡ ਹੋਈਏ। ਅਸੀਂ ਹੋਵਾਂਗੇ ਸੇਫ, ਦੂਜਿਆਂ ਨੂੰ ਵੀ ਸੇਫ ਰੱਖ ਸਕਾਂਗੇ। ਸਾਡੇ ਤੋਂ ਕੋਈ ਬੰਦਾ ਇਨਫੈਕਟਡ ਨਾ ਹੋ ਜਾਏ, ਇਹ ਵੀ ਸਾਡੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈ। ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ। ਤਾਂ ਤੁਹਾਨੂੰ ਅਸੀਂ ਇਹਦੇ ਬਾਰੇ ਅਪਡੇਟ ਕਰਦੇ ਰਹਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਨੀ ਸਾਹਿਬ। ਥੈਂਕ ਯੂ ਜੀ, ਥੈਂਕ ਯੂ ਸੋ ਮਚ।